हर रोज़ की तरह प्रोग्राम प्राइम डिस्कशन विद जतिंदर पन्नू लैके एक बार फिर तो तुहाडे सारिਆਂ ਦੇ रूबरू हो गया। मैं हाँ नवजीत। देश दुनिया ਦੀਆਂ खबरों ਤੇ चर्चा करांगे। सीनियर पत्रकार जतिंदर पन्नू जी हर रोज़ की तरह मेरे नाल ने। सब तो पहला स्वागत करते हैं पंनू साहब। स्वागत जी, सत श्री अकाल जी। शुक्रिया नवजीत जी, सत श्री अकाल। पंनू साहब, अफगानिस्तान तो वड्डी खबर आई है, माड़ी खबर है। धार्मिक स्थान ते हमला होया, सिखां दे गुरुद्वारे ते हमला होया, किवें देखदे ते किहदा हੱਥ ਇਹਦੇ ਪਿੱਛੇ लगदा है? नवजीत जी, गुरुद्वारा करते प्रवान साहब है उत्थे काबल दे विच जी। पहलां होर भी उत्थे 7-8 गुरुद्वारा साहब हुंदे सी। एक एक करके फिर वो क्योंकि सिखां दी आबादी घटदी गई, इस करके गुरु घर भी घटदे गए। एक मौका सी उत्थे 2 ਲੱਖ ਦੇ करीब सिख हुंदे सी। ਪਹਿਲਾਂ ਜਦੋਂ ਸੋਵੀਅਤ ਪੱਖ ਵਾਲਿਆਂ ਦਾ, रूस पक्षियां ਦਾ ਰਾਜ ਸੀ ਉੱਥੇ ਕਾਮਰੇਡਾਂ ਦਾ, ਤੇ ਅਮਰੀਕਾ ਤੇ ਪਾਕਿਸਤਾਨ ਰਲੇ ਸਨ ਤੇ ਮੁਜਾਹਿਦੀਨ ਦੇ ਨਾਲ ਉੱਥੋਂ ਹਿਜਰਤ ਕਰਵਾ ਕੇ ਲੋਕਾਂ ਨੂੰ ਇੱਥੇ ਲੈਣ ਦਾ ਇਹ ਹਮਲੇ ਕਰਦੇ ਸੀ। ਫਿਰ ਇਹਨਾਂ ਦਾ ਉੱਥੇ ਕਬਜ਼ਾ ਹੋ ਗਿਆ ਮੁਜਾਹਿਦੀਨ ਦਾ। रूस पक्षी राष्ट्रपति नजीबुल्ला खंबे ते टंगता मार के। ਉਹਦੇ ਬਾਅਦ ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਮੁਜਾਹਿਦੀਨ ਦੇ ਰਾਜ 'ਚ ਵੀ ਹੋਏ। ਜਦੋਂ ਤਾਲਿਬਾਨ ਦਾ ਰਾਜ ਹੋਇਆ ਫਿਰ ਹੋਏ। ਫਿਰ ਤਾਲਿਬਾਨ ਦੀ ਤੇ ਅਮਰੀਕਾ ਦੀ ਖੜਕ ਗਈ ਤੇ ਅਮਰੀਕਾ ਨੇ ਫੌਜ ਉੱਥੇ ਘੱਲ ਦਿੱਤੀ 2000 'ਚ। ਉਦੋਂ ਬਾਅਦ ਜਿਹੜੀ ਸੀ ਗੱਲ, ਜਿਸ ਤਰ੍ਹਾਂ ਦਾ ਮਾਹੌਲ ਰਿਹਾ, ਲਗਾਤਾਰ ਹਮਲੇ ਹੁੰਦੇ ਰਹੇ। ਹੁਣ ਤਾਂ ਉੱਥੇ 2 ਲੱਖ ਦੇ ਬਜਾਏ ਲੱਖ ਵੀ ਨਹੀਂ, 10,000 ਵੀ ਨਹੀਂ ਜੀ, 2-2.5 ਕਹਿੰਦੇ ਸਿੱਖ ਰਹਿ ਗਏ ਨੇ, ਸ਼ਾਇਦ ਉਸ ਤੋਂ ਵੀ ਘੱਟ ਹੋਣ। ਇੱਕ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ਹੈ ਜਿੱਥੇ ਆਮ ਤੌਰ 'ਤੇ ਇਕੱਠ ਹੋ ਜਾਂਦਾ, ਉਹਨਾਂ ਦੇ ਸਾਰਿਆਂ ਦੇ ਅੱਖਾਂ 'ਚ ਰੜਕਦਾ। ਉਸ ਇਲਾਕੇ ਨੂੰ ਵੀ ਕਰਤੇ ਪ੍ਰਵਾਨ ਹੀ ਕਹਿੰਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਗਏ ਸੀ। ਹੁਣ ਉਹ ਗੁਰਦੁਆਰਾ ਇਤਿਹਾਸਕ ਹੈ, ਦੁਨੀਆ ਭਰ ਦੇ ਸਿੱਖਾਂ ਦੀ ਨਜ਼ਰ 'ਚ ਬਹੁਤ ਜ਼ਿਆਦਾ ਸਤਿਕਾਰ ਹੈ। ਜਾ ਉੱਥੇ ਸਕਦੇ ਨਹੀਂ ਕਿਉਂਕਿ ਹਾਲਾਤ ਠੀਕ ਨਹੀਂ। ਇਹੋ ਜਿਹੇ ਹਾਲਾਤ ਵਿੱਚ ਵੀ ਜਿਹੜੇ ਉੱਥੇ ਸਿੱਖ ਸੀ ਉਹ ਮਾੜੀ ਮੋਟੀ ਜਿੰਨਾ ਹੋ ਸਕਦਾ ਸੇਵਾ ਸੰਭਾਲ ਕਰਦੇ ਸੀ। ਉਹਨਾਂ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ, ਆਪਣੇ ਵਿੱਤ ਤੋਂ ਵੱਧ ਕਰਦੇ ਸੀ। ਅੱਜ ਵੀ ਜਦੋਂ ਹਮਲਾ ਹੋਇਆ ਤੇ 2 ਸਿੱਖ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਸਿਰ ਦੇ ਉੱਤੇ ਉਠਾ ਕੇ ਤੇ ਮਤਲਬ ਮੌਤ ਵਰਦੀ ਤੋਂ ਵੀ, ਮੌਤ ਨੱਚਦੀ ਤੋਂ ਵੀ ਆਪਣੇ ਘਰਾਂ ਨੂੰ ਲੈ ਕੇ ਬਚਾ ਕੇ, ਹਿੰਮਤ ਆ ਉਹਨਾਂ ਦੀ। ਬਿਲਕੁਲ। ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਹਮਲੇ ਦੀ। ਅਫਗਾਨਿਸਤਾਨ ਸਾਰੇ 'ਚ ਹੀ ਇਸ ਵੇਲੇ ਸਰਕਾਰ ਹੋਈ ਨਾ ਹੋਈ ਇੱਕੋ ਜਿਹੀ ਗੱਲ ਹੈ। ਪਿਛਲੇ ਸਾਲ 15 ਅਗਸਤ ਤੋਂ ਇਹਨਾਂ ਨੇ, ਤਾਲਿਬਾਨ ਨੇ ਆ ਕੇ ਰਾਜ ਸਾਂਭਿਆ ਤੇ ਹੁਣ ਤੱਕ ਪੌਣੇ ਸਾਲ ਤੋਂ ਵੱਧ ਹੋ ਗਿਆ। ਅਜੇ ਤੱਕ ਇਹਨਾਂ ਤੋਂ ਉੱਥੇ ਸਥਿਤੀ ਕੰਟਰੋਲ 'ਚ ਨਹੀਂ ਕੀਤੀ ਗਈ। ਕਰਦੇ ਕੀ ਨੇ? ਸਥਿਤੀ ਨੂੰ ਕੰਟਰੋਲ ਕਰਨ ਦੀ ਥਾਂ ਲੋਕਾਂ ਨੂੰ ਵੱਖਰੇ ਢੰਗ ਨਾਲ ਕੰਟਰੋਲ ਕਰਦੇ ਆ। ਕੋਈ ਔਰਤ ਇਕੱਲੀ ਬਾਹਰ ਨਹੀਂ ਨਿਕਲੇਗੀ, ਮਰਦ ਨਾਲ ਚਾਹੀਦਾ। ਔਰਤ ਦਾ ਚਿਹਰਾ ਨੰਗਾ ਨਹੀਂ ਹੋਵੇਗਾ। ਦਫ਼ਤਰਾਂ 'ਚ ਔਰਤਾਂ ਨਹੀਂ ਜਾਣਗੀਆਂ। ਮੀਡੀਆ ਦੇ ਉੱਤੇ ਔਰਤਾਂ ਨਹੀਂ ਜਾਣਗੀਆਂ, ਜੇ ਜਾਣਗੀਆਂ ਤਾਂ ਬੁਰਕਾ ਪਾ ਕੇ ਤੇ ਫਿਰ ਉੱਥੇ ਖਬਰਾਂ ਪੜ੍ਹਨਗੀਆਂ। ਪੱਤਰਕਾਰ ਬਹੁਤ ਸਾਰੇ ਕੱਢਤੇ। ਇੱਕ ਪੱਤਰਕਾਰ ਜਿਹੜਾ ਬਹੁਤ ਸੀਨੀਅਰ ਸੀ ਉਹ ਅੱਜ ਕੱਲ੍ਹ ਉੱਥੇ ਸੜਕ 'ਤੇ ਪਕੌੜੇ ਵੇਚਦਾ ਵਿਚਾਰਾ, ਪਰ ਘਰੋਂ ਕੱਢ ਕੇ ਲਿਆਉਂਦਾ ਤੇ ਟੋਕਰੀ 'ਚ ਪਾ ਕੇ ਵੇਚ ਲੈਂਦਾ ਤੇ ਉਹਨੇ ਹੋਰ ਲੈਣ ਚਲ ਜਾਂਦਾ। ਇਹ ਹਾਲਤ ਉਹਨਾਂ ਦੀ ਕੀਤੀ ਪਈ ਹੈ। ਸਕੂਲਾਂ ਕਾਲਜਾਂ 'ਚ ਕੁੜੀਆਂ ਦਾ ਪੜ੍ਹਨਾ ਰੋਕ ਦਿੱਤਾ ਗਿਆ। ਉਹਨਾਂ ਦਾ ਸਾਰਾ ਜ਼ੋਰ ਉਸ ਕੱਟੜਪੰਥੀ ਪੁਣੇ 'ਤੇ ਆ। ਜਨਤਾ ਦੀ ਜਾਨ ਦੀ ਰਾਖੀ ਵਾਲਾ ਕੰਮ ਜਿਹੜਾ ਸਰਕਾਰ ਦਾ ਸਭ ਤੋਂ ਪਹਿਲਾ ਕੰਮ ਹੁੰਦਾ, ਸਰਕਾਰ ਚੁਣੀ ਹੋਈ ਹੋਵੇ, ਸਰਕਾਰ ਰਾਜੇ ਦੀ ਹੋਵੇ, ਸਰਕਾਰ 4 ਜਰਨੈਲਾਂ ਦੀ ਜੁੰਡੀ ਦੀ ਹੋਵੇ, ਕਿਸੇ ਤਾਨਾਸ਼ਾਹ ਦੀ ਹੋਵੇ, ਜਿੱਥੇ ਵੀ ਕਿਤੇ ਕੋਈ ਸਰਕਾਰ ਨਾਂ ਦੀ ਚੀਜ਼ ਹੈਗੀ ਆ, ਉਹਨੂੰ ਆਪਣੇ ਸਾਰੇ ਨਾਗਰਿਕਾਂ ਨੂੰ ਇਹ ਕਹਿਣਾ ਵੀ ਪੈਂਦਾ, ਲਿਖਣਾ ਵੀ ਪੈਂਦਾ ਤੇ ਯਕੀਨ ਦਿਵਾਉਣਾ ਪੈਂਦਾ ਕਿ ਤੁਹਾਡੇ ਸਾਰਿਆਂ ਦੀ ਜਾਨ ਤੇ ਮਾਲ ਦੀ ਰਾਖੀ ਅਸੀਂ ਕਰਾਂਗੇ ਜੀ। ਇੱਥੇ ਇਸ ਤਰ੍ਹਾਂ ਦੀ ਕੋਈ ਗਰੰਟੀ ਨਹੀਂ, ਕੋਈ ਜ਼ਾਮਨੀ ਨਹੀਂ ਕਿ ਉਹਨਾਂ ਦੀ ਕੋਈ ਰਾਖੀ ਕਰ ਸਕੇਗਾ। ਹੁਣ ਉੱਥੇ ਜਦੋਂ ਇਹੋ ਜਿਹੇ ਹਾਲਾਤ ਹੋਣ, ਲੋਕ ਇਹਨਾਂ ਮੁਸ਼ਕਿਲਾਂ 'ਚ ਫਸੇ ਹੋਏ ਹੋਣ, ਤੇ ਉੱਥੋਂ ਦੀ ਸਰਕਾਰ ਤੋਂ ਕਿੰਨੀ ਕੁ ਆਸ ਕੀਤੀ ਜਾ ਸਕਦੀ ਹੈ? ਤੇ ਭਾਰਤ ਸਰਕਾਰ ਵੀ ਇੱਥੋਂ ਕਮਾਂਡੋ ਭੇਜ ਕੇ ਕੋਈ ਮਦਦ ਨਹੀਂ ਕਰ ਸਕਦੀ, ਨਾ ਬਾਹਰੋਂ ਕਿਸੇ ਹੋਰ ਦੇਸ਼ ਤੋਂ ਮਦਦ ਆ ਸਕਦੀ ਹੈ। ਅਸੀਂ ਸਿਰਫ ਸੁੱਖ ਮੰਗ ਸਕਦੇ ਹਾਂ, ਕਾਮਨਾ ਕਰ ਸਕਦੇ ਹਾਂ ਕਿ ਉੱਥੇ ਜਿਹੜੇ ਸਿੱਖ ਨੇ ਉਹਨਾਂ ਦੇ ਜਾਨ ਤੇ ਮਾਲ ਬਚੇ ਰਹਿਣ। ਜੀ ਜੀ। ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਕੁਝ ਅੱਜ ਹੋਇਆ, ਅਜੇ ਤੱਕ ਇਹ ਨਹੀਂ ਪਤਾ ਲੱਗਾ ਉੱਥੇ 2 ਬੰਦੇ ਮਰੇ, 3 ਮਰੇ, ਕਿੰਨੇ ਮਰੇ ਨੇ, ਸਾਰੀਆਂ ਡਿਟੇਲਸ ਅਜੇ ਆਉਣੀਆਂ ਨੇ। ਅਸੀਂ ਇਹ ਕਾਮਨਾ ਕਰ ਸਕਦੇ ਹਾਂ ਕਿ ਜਿੰਨਾ ਕੁ ਹੋ ਸਕੇ
ਗੁਰੂ ਘਰਾਂ ਦੀ ਰਾਖੀ ਦਾ ਪ੍ਰਬੰਧ ਉੱਥੋਂ ਦੀ ਸਰਕਾਰ ਜਿੰਮਾ ਲਵੇ, ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ। ਪਰ ਇਹ ਤੋਂ ਵੱਧ ਕੋਈ ਵੀ ਉੱਥੇ ਜਾ ਕੇ ਕਿਸੇ ਕਿਸਮ ਦਾ ਦਖਲ ਦੇ ਹੀ ਨਹੀਂ ਸਕਦਾ। ਜੀ ਪੰਨੂ ਸਾਹਿਬ, ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਨੇ ਜੋਗਿੰਦਰਪਾਲ, ਕਹਿੰਦੇ ਉਹਨਾਂ ਦੀ ਪ੍ਰਾਪਰਟੀ ਵਿੱਚ 300% ਦਾ ਵਾਧਾ ਹੋ ਗਿਆ ਤੇ ਹੁਣ ਗ੍ਰਿਫਤਾਰ ਕੀਤਾ ਗਿਆ। ਆਮ ਬੰਦੇ ਲਈ ਤਾਂ ਮਕਾਨ ਬਣਾਉਣਾ ਬਹੁਤ ਔਖਾ ਹੋ ਜਾਂਦਾ ਹੈ, ਲੀਡਰ 300% ਤੱਕ ਵਧਦੇ ਜਾ ਰਹੇ ਆ। ਕਾਂਗਰਸ ਦੇ ਕਈ ਹੋਰ ਸਾਬਕਾ ਮੰਤਰੀਆਂ ਤੇ ਤਲਵਾਰਾਂ ਲਟਕਦੀਆਂ ਪਈਆਂ, ਕਿਵੇਂ ਦੇਖਦੇ ਆ? ਕਈਆਂ ਲੋਕਾਂ ਨੂੰ ਤੇ ਇਸ ਗੱਲ ਤੇ ਹੈਰਾਨੀ ਹੋਊਗੀ ਕਿ ਸਿਰਫ 300% ਦਾ ਵਾਧਾ। 300% ਦਾ ਮਤਲਬ ਕਿ ਜੇ ਅੱਗੇ ਉਹਦੇ ਕੋਲ 1 ਕਰੋੜ ਦੀ ਪ੍ਰਾਪਰਟੀ ਸੀ ਤੇ ਹੁਣ 3 ਕਰੋੜ ਦੀ ਹੋ ਗਈ ਹੋਊ, ਇਹਦੋਂ ਵੱਧ ਨਹੀਂ। ਇੱਥੇ ਤੇ ਕਈ ਇਹੋ ਜਿਹੇ ਆ ਜਿਨ੍ਹਾਂ ਚ ਕੋਲ ਕਰੋੜ ਵੀ ਨਹੀਂ ਸੀ ਤੇ ਇਸ ਵੇਲੇ ਅਰਬਾਂ ਦੇ ਮਾਲਕ ਬਣੇ ਪਏ ਨੇ। ਇਹ ਜਿਹੜਾ ਪ੍ਰਾਪਰਟੀ ਦਾ ਵਾਧਾ ਉਹ ਆ ਜਿਹੜਾ ਕਾਗਜ਼ਾਂ ਚੋਂ ਬਾਹਰ ਵਾਧੇ ਬਹੁਤ ਨੇ। ਇਹ ਜਿਹੜਾ MLA ਫੜਿਆ ਗਿਆ, ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਕਿਉਂਕਿ ਕੱਲ੍ਹ ਵੀ ਮੈਂ ਠੀਕ ਨਹੀਂ ਸੀ ਤੇ ਪ੍ਰੋਗਰਾਮ ਅਸੀਂ ਘਰੋਂ ਕੀਤਾ ਸੀ। ਜੀ ਜੀ। ਜਿੰਨੇ ਚਿਰ ਨੂੰ ਪ੍ਰੋਗਰਾਮ ਇੱਥੋਂ ਜਾ ਕੇ ਰਿਲੀਜ਼ ਕੀਤਾ ਗਿਆ ਉਹਨੇ ਚਿਰ ਤੱਕ ਜੋਗਿੰਦਰਪਾਲ ਦੀ ਗ੍ਰਿਫਤਾਰੀ ਦੀ ਖਬਰ ਆ ਚੁੱਕੀ ਸੀ। ਅਸੀਂ ਉਹ ਖਬਰ ਨੂੰ ਕਿਸੇ ਤਰੀਕੇ ਕਵਰ ਨਹੀਂ ਕਰ ਸਕਦੇ, ਸਾਨੂੰ ਅਗਲੇ ਦਿਨ ਤੇ ਛੱਡਣੀ ਪੈਂਦੀ ਹੈ ਜੀ। ਉੱਦਾਂ ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਜੋਗਿੰਦਰਪਾਲ ਜਦੋਂ ਉਹਦੀ ਪਾਰਟੀ ਦੀ ਸਰਕਾਰ ਸੀ ਇੰਨੀ ਚੜ੍ਹਤ ਵਿੱਚ ਸੀ ਕਿ ਆਪਣੇ ਇਲਾਕੇ 'ਚ ਬੰਦੇ ਨੂੰ ਬੰਦਾ ਹੀ ਨਹੀਂ ਸੀ ਸਮਝਦਾ। ਇੱਕ ਦਿਨ ਇੱਕ ਜਨਤਕ ਇਕੱਠ ਵਿੱਚ ਇਹ ਬੋਲਦਾ ਪਿਆ ਸੀ, ਇੱਕ ਮੁੰਡੇ ਨੇ ਸਾਹਮਣੇ ਆ ਕੇ ਤੇ ਇੱਕ ਸਵਾਲ ਪੁੱਛ ਲਿਆ। ਇਹਨੇ ਇੱਕ ਹੱਥ ਨਾਲ ਮਾਈਕ ਫੜਿਆ ਸੀ ਤੇ ਦੂਸਰੇ ਹੱਥ ਨਾਲ ਉਸ ਮੁੰਡੇ ਨੂੰ ਕੁੱਟਦਾ ਰਿਹਾ। ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਅੱਗੇ ਹੋ ਕੇ ਸ਼ਰਾਬ ਹੀ ਦੇਵੇ। ਜੀ। ਇੱਦਾਂ ਦੇ ਪੁੱਠੇ ਕੰਮ ਵੀ ਕਰਦਾ ਸੀ। ਬਾਅਦ ਵਿੱਚ ਪਹਿਲਾਂ ਤੇ ਕਹਿੰਦਾ ਰਿਹਾ ਕਿ ਮੁੰਡਾ ਸ਼ਰਾਬੀ ਆ ਤੇ ਫਿਰ ਕਹਿਣ ਲੱਗ ਪਿਆ ਕਿ ਨਹੀਂ ਉਹ ਅਸਲ 'ਚ ਪ੍ਰੋਗਰਾਮ ਨਹੀਂ ਕਰਨ ਦਾ ਤੇ ਮੈਨੂੰ ਗੁੱਸਾ ਆ ਗਿਆ। ਤੈਨੂੰ ਗੁੱਸਾ ਜੇ ਤੂੰ ਆਪਣੇ ਆਪ ਨੂੰ ਇੰਨਾ ਫੰਨੇ ਖਾ ਸਮਝਦਾ ਕਿ ਲੋਕਾਂ ਦੇ ਉੱਤੇ ਹੱਥ ਉਠਾਵਾਂ। ਪਿਛਲੇ ਸਮੇਂ 'ਚ ਵੀ ਉੱਥੇ ਰੌਲਾ ਪੈਂਦਾ ਰਿਹਾ ਸੀ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ ਤੇ ਜੋਗਿੰਦਰਪਾਲ ਕਰਾਉਂਦਾ। ਜਦੋਂ ਸਰਕਾਰ ਬਦਲ ਗਈ ਇਹਨੇ ਸਮਝਿਆ ਨਹੀਂ ਕਿ ਸਰਕਾਰ ਬਦਲ ਗਈ ਹੈ। ਇਹਦੀ ਮਾਈਨਿੰਗ ਉਸ ਤਰ੍ਹਾਂ ਚੱਲਦੀ ਰਹੀ ਹੈ। 10 ਦਿਨ ਪਹਿਲਾਂ ਦੀ ਗੱਲ ਹੈ, ਉੱਥੇ ਛਾਪਾ ਵੱਜਿਆ, ਜਿਹੜੀ ਮਸ਼ੀਨਰੀ ਤੇ ਗੱਡੀਆਂ ਫੜੀਆਂ ਗਈਆਂ, ਮੀਡੀਆ ਇਹ ਕਹਿੰਦਾ ਸੀ ਕਿ ਉਹ ਗੱਡੀਆਂ ਤੇ ਮਸ਼ੀਨਰੀ ਇਹਦੀ ਹੈ। ਇਹਦਾ ਕੋਈ ਬਿਆਨ ਨਹੀਂ ਮੈਂ ਪੜ੍ਹਿਆ, ਹੋ ਸਕਦਾ ਦਿੱਤਾ ਪਰ ਮੈਂ ਨਹੀਂ ਪੜ੍ਹਿਆ। ਹੁਣ ਗੱਲ ਇਹ ਹੈ ਕਿ ਜੋਗਿੰਦਰਪਾਲ ਕੱਲ੍ਹ ਫੜਿਆ ਗਿਆ, ਪਰ ਜੋਗਿੰਦਰਪਾਲ ਇਕੱਲਾ ਤਾਂ ਨਹੀਂ। ਪਿਛਲੀ ਸਰਕਾਰ ਜਿਹੜੀ ਸੀ ਉਹਨਾਂ ਦੇ 80 ਦੇ ਕਰੀਬ MLA ਸਨ। ਉਹਨਾਂ 'ਚੋਂ ਕੋਈ 2 4 5 ਹੋਣਗੇ ਜਿਨ੍ਹਾਂ ਦਾ ਦਾ ਨਹੀਂ ਲੱਗਾ ਜੀ, ਜਾਂ ਜਿਨ੍ਹਾਂ ਨੇ ਕੋਈ ਮਾੜੀ ਮੋਟੀ ਲੋਕ ਲਾਜ ਦੀ ਸ਼ਰਮ ਰੱਖੀ, ਉਹਨਾਂ ਨਾ ਕੀਤਾ। ਉਹ ਬਾਕੀ ਤਾਂ ਸਾਰੇ ਵਗਦੀ ਗੰਗਾ 'ਚੋਂ ਹੱਥ ਧੋਣ ਲੱਗੇ ਰਿਹਾ ਸੀ। ਮੋਗੇ ਜ਼ਿਲ੍ਹੇ ਦਾ ਇੱਕ ਕਾਂਗਰਸੀ MLA ਸੀ। ਮੁਕੇਰੀਆਂ ਲਾਗੇ ਨਜਾਇਜ਼ ਖੱਡਾਂ ਦੇ ਵਿੱਚੋਂ ਮਾਈਨਿੰਗ ਹੁੰਦੀ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਨਾਲ ਮੀਡੀਆ ਨੂੰ ਲਿਜਾ ਕੇ ਮੌਕੇ ਤੇ ਵਿਖਾਇਆ ਸੀ ਕਿ ਆਹ ਮੋਗਾ ਜਾਂ ਫਰੀਦਕੋਟ ਉਹਨਾਂ 'ਚੋਂ ਇੱਕ ਜ਼ਿਲ੍ਹੇ ਦਾ ਸੀ ਉਹ MLA। ਬਾਅਦ ਵਿੱਚ ਚੋਣਾਂ 'ਚ ਸਟੇਜ ਤੇ ਰੋਂਦਾ ਵੀ ਸੀ ਲੋਕਾਂ ਸਾਹਮਣੇ, ਕਿਉਂਕਿ ਲੋਕ ਹੰਗਾਰਾ ਨਹੀਂ ਸੀ ਭਰਦੇ ਤੇ ਵੋਟ ਮੰਗਣ ਲੱਗਾ ਰੋ ਪਿਆ ਸੀ। ਉਹਦੇ ਉੱਤੇ ਦੋਸ਼ ਲਾਇਆ ਕਿ ਉਹ ਚੌਥੇ ਜ਼ਿਲ੍ਹੇ 'ਚ ਆ ਕੇ ਤੇ ਦਰਿਆ ਦੇ ਉੱਤੇ ਨਜਾਇਜ਼ ਮਾਈਨਿੰਗ ਕਰਵਾ ਰਿਹਾ ਤੇ ਉਹਦਾ ਕੋਈ ਜਵਾਬ ਨਹੀਂ ਸੀ ਆ। ਇੱਦਾਂ ਦੇ ਕਿੰਨੇ ਕਾਂਗਰਸੀ MLA ਸਨ ਜਿਹੜੇ ਇਹੋ ਕੁਝ ਕਰਾਉਂਦੇ ਰਹੇ ਜਾਂ ਕਰਨ ਵਾਲਿਆਂ ਤੋਂ ਹਿੱਸਾ ਪੱਤੀ ਲੈਂਦੇ ਰਹੇ। ਜੀ। ਹੁਣ ਇਹਨਾਂ 'ਚੋਂ ਇੱਕ ਜਣਾ ਫੜਿਆ ਗਿਆ ਤੇ ਉਹਦੇ ਫੜੇ ਜਾਣ ਦੇ ਉੱਤੇ ਰੌਲਾ ਪੈ ਰਿਹਾ। ਕਾਂਗਰਸੀ ਕਹਿੰਦੇ ਆ ਜੀ ਸਾਡੇ ਇਕੱਲੇ ਨੂੰ ਕਰਕੇ ਫੜ ਰਹੇ ਨਾ, ਇਕੱਲੇ ਨੂੰ ਸਹੀ। ਤੁਹਾਨੂੰ ਤੇ ਪਤਾ ਹੀ ਹੈ ਕਿ ਤੁਹਾਡੇ ਵਾਲਿਆਂ 'ਚੋਂ ਕਿਹੜੇ ਨੇ ਕਿੰਨੀ ਕੁ ਕਮਾਈ ਕੀਤੀ ਹੈ। ਤੁਸੀਂ ਸਿੱਧੀ ਲਿਸਟ ਦੇ ਦਿਓ ਸਰਕਾਰ ਨੂੰ ਕਿ ਫਲਾਣੇ ਆ ਜੀ, ਇਹ ਵੀ ਨਹੀਂ ਕਰ ਸਕਦੇ। ਹੁਣ ਕੱਲ੍ਹ ਨੂੰ ਜਿਹੜੀ ਚਰਚਾ ਚੱਲਦੀ ਪਈ ਹੈ ਕਿ ਮੁੱਖ ਮੰਤਰੀ ਚਰਨਜੀਤ ਤੋਂ ਚੰਨੀ ਤੱਕ ਗੱਲ ਆ ਸਕਦੀ ਹੈ। ਬਿਲਕੁਲ ਜੀ। ਚੰਨੀ ਤੱਕ ਇਸ ਕਰਕੇ ਵੀ ਗੱਲ ਆ ਸਕਦੀ ਹੈ ਕਿ ਸਾਧੂ ਸਿੰਘ ਧਰਮਸੋਤ ਫੜਿਆ ਗਿਆ, ਜੰਗਲਾਤ ਦੇ ਮਹਿਕਮੇ ਦਾ ਕੰਮ ਸੀ। ਸਾਧੂ ਸਿੰਘ ਦੂਸਰੇ ਜਿਹੜਾ ਹੈਗਾ ਸੰਗਸੋ ਗਿਲਜੀਆਂ ਉੱਤੇ ਵੀ ਪਰਚਾ ਦਰਜ ਹੋ ਗਿਆ ਤੇ ਜਿਹੜਾ ਬੰਦਾ ਦੋਵਾਂ ਦੇ ਵਾਸਤੇ ਵਿਚੋਲਾ ਬਣਦਾ ਸੀ, ਦਲਾਲੀ ਕਰਦਾ ਸੀ, ਉਹ ਜਦੋਂ ਫੜਿਆ ਗਿਆ ਤੇ ਪਤਾ ਲੱਗਾ ਕਿ ਉਹ ਬੰਦਾ ਅਸਲ 'ਚ ਚਰਨਜੀਤ ਤੋਂ ਚੰਨੀ ਦਾ। ਉਹਦੇ ਫੜੇ ਜਾਣ ਤੋਂ ਬਾਅਦ ਚੰਨੀ ਤੱਕ ਵੀ ਗੱਲ ਆ ਜਾਣੀ ਹੈ। ਫਿਰ ਕੱਲ੍ਹ ਨੂੰ ਕਹਿਣਗੇ ਸਾਡੇ ਸਾਬਕਾ ਮੁੱਖ ਮੰਤਰੀ ਨੂੰ ਫੜਿਆ ਗਿਆ, ਬੇਇੱਜ਼ਤੀ ਕੀਤੀ ਗਈ। ਇਹਨਾਂ ਨੇ ਉਸ ਵਕਤ ਜਦੋਂ ਇਹਨਾਂ ਦਾ ਕੋਲ ਰਾਜ ਸੀ ਕਿਸੇ ਕਿਸਮ ਦਾ ਖਿਆਲ ਹੀ ਨਹੀਂ ਕੀਤਾ ਕਿ ਹਾਲਾਤ ਬਦਲ ਗਏ ਤੇ ਲੈਣੇ ਦੇ ਦੇਣੇ ਵੀ ਪੈ ਸਕਦੇ ਆ। ਜੋਗਿੰਦਰਪਾਲ ਫੜਿਆ ਗਿਆ ਪਰ ਗੱਲ ਇੱਥੇ ਤੱਕ ਸੀਮਿਤ ਨਹੀਂ ਰਹਿਣੀ। ਜੋ ਅਫਸਰਾਂ ਤੋਂ ਸੁਣਿਆ ਜਾ ਰਿਹਾ ਉਹ ਇਹ ਕਿ ਅਗਲਿਆਂ ਦਿਨਾਂ 'ਚ ਕਈ ਹੋਰ ਵੀ ਇਹ 'ਚ ਫਸ ਸਕਦੇ। ਜੀ ਪਰ ਸਰ, ਕੇਂਦਰ ਸਰਕਾਰ ਨੇ ਜਿਹੜੀ ਸਕੀਮ ਲਾਗੂ ਕੀਤੀ ਹੈ ਅਗਨੀਪਥ, ਉਹਨੂੰ ਲੈ ਕੇ ਵੱਖ-ਵੱਖ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਹੁਣ ਤਾਂ ਜਲੰਧਰ ਵਿੱਚ ਵੀ ਅੱਜ ਧਰਨਾ ਪ੍ਰਦਰਸ਼ਨ ਹੋਇਆ ਸੀਗਾ।
ਹੁਣ ਜਿਹੜੀ ਸਰਕਾਰ ਅਸਾਮ ਰਾਈਫਲ ਦੇ ਬਾਰੇ ਕਹਿ ਰਹੀ ਹੈ ਕਿ 10% ਦੀ ਰਿਜ਼ਰਵੇਸ਼ਨ ਦੇਣਾ ਹੈ, ਉਹਨੂੰ ਕਿਵੇਂ ਦੇਖਦੇ ਆ? ਨਵੀਂ ਸਕੀਮ ਦੇ ਉੱਪਰ ਸਕੀਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਖੋ ਨਵਜੀਤ ਜੀ, ਅਸਾਮ ਰਾਈਫਲਸ ਕੀ ਆ? ਇਹ ਸਟੇਟ ਪੁਲਿਸ ਨਹੀਂ ਗੀ, ਜੀ ਸੈਂਟਰ ਗਵਰਨਮੈਂਟ ਦੀ ਇੱਕ ਪੈਰਾਮਿਲਟਰੀ ਫੋਰਸ ਹੈ। ਜਿਸ ਤਰ੍ਹਾਂ ਦੀ BSF ਹੁੰਦੀ, ਬਾਰਡਰ ਸਿਕਿਉਰਿਟੀ ਫੋਰਸ, CRPF ਹੈ ਸੈਂਟਰ ਰਿਜ਼ਰਵ ਪੁਲਿਸ, CISF ਹੈ ਸੈਂਟਰ ਇੰਡਸਟਰੀਅਲ ਸਿਕਿਉਰਿਟੀ ਫੋਰਸ, ਇੰਡੋ ਤਿਬਤਨ ਬਾਰਡਰ ਪੁਲਿਸ ITBP, ਉਹਨਾਂ ਵਰਗੀ ਇਹ ਇੱਕ ਪੈਰਾਮਿਲਟਰੀ ਫੋਰਸ ਹੈ। ਇਹ ਕਹਿੰਦੇ ਆ ਜੀ ਜਿਹੜੇ ਨੌਜਵਾਨ ਆਉਣਗੇ 25% ਕੱਢਣੇ ਆ, ਰੱਖਣੇ ਆ, 75% ਅਸੀਂ ਕੱਢਣੇ ਆ। ਜੀ ਉਸ 75% ਦੇ ਵਿੱਚੋਂ 10% ਅਸੀਂ ਇੱਥੇ ਅਸਾਮ ਰਾਈਫਲਸ ਦੇ ਵਿੱਚ ਨਾ ਰਿਜ਼ਰਵੇਸ਼ਨ ਦੇ ਦਾਂਗੇ। ਜੀ ਜਿਹੜੇ ਸਾਰੇ ਹਿੰਦੁਸਤਾਨ ਦੀ ਏਡੀ ਵੱਡੀ ਲੱਖਾਂ ਦੀ ਆਰਮੀ, ਏਅਰ ਫੋਰਸ ਤੇ ਨੇਵੀ ਤਿੰਨਾਂ ਚੋਂ ਨਿਕਲ ਕੇ ਆਉਣੇ 75%, ਉਹਨਾਂ ਨੂੰ ਅਸਾਮ ਰਾਈਫਲਸ ਦੀ ਇੱਕ ਛੋਟੀ ਜੀ ਫੋਰਸ ਦੇ ਵਿੱਚ 10% ਰਿਜ਼ਰਵੇਸ਼ਨ ਦੇ ਕੇ ਤਾਂ ਤੁਸੀਂ ਸਾਰਿਆਂ ਨੂੰ ਕਿੱਦਾਂ ਖਪਾ ਦੋਗੇ? ਬਾਕੀ ਦੀਆਂ ਪੈਰਾਮਿਲਟਰੀ ਫੋਰਸ ਜੇ ਫਿਰ ਜਾਂ ਉਹਨਾਂ 'ਚ ਵੀ ਲਓ। ਇਹਦੇ ਤੋਂ ਇਲਾਵਾ ਇਹ ਗੱਲ ਹੈ ਕਿ ਹਾਲਾਤ ਜਿਨ੍ਹਾਂ ਦੇ ਕਰਕੇ ਨੌਜਵਾਨਾਂ 'ਚ ਰੰਜ ਹੈ, ਗੁੱਸਾ ਹੈ, ਉਹ ਪਛਾਣਨੇ ਚਾਹੀਦੇ ਆ। ਜੀ ਨੌਜਵਾਨਾਂ ਨੂੰ ਰੋਸ ਇਸ ਗੱਲ ਦਾ ਕਿ ਅਸੀਂ 3-3 4-4 ਸਾਲ ਤੋਂ ਕਸਰਤ ਕਰ ਰਹੇ ਸੀ, ਕੋਚਿੰਗ ਲੈ ਰਹੇ ਸੀ ਕਿ ਜਦੋਂ ਫੌਜ ਦੀ ਭਰਤੀ ਖੁੱਲ੍ਹੇਗੀ ਅਸੀਂ ਉਦੋਂ ਜਾ ਕੇ ਤੇ ਭਰਤੀ ਵਾਲੀ ਲਾਈਨ 'ਚ ਖਲੋਣਾ ਤੇ ਨੌਕਰੀ ਕਰਨੀ, ਨਾਲ ਦੇਸ਼ ਦੀ ਸੇਵਾ ਕਰਨੀ ਹੈ, ਨਾਲੇ ਪਰਿਵਾਰ ਪਾਲਣਾ। ਜਦੋਂ ਸਰਕਾਰ ਨੇ ਕਹਿ ਦਿੱਤਾ ਕਿ 17 ਤੋਂ 21 ਤੱਕ ਵਾਲੇ ਭਰਤੀ ਕਰਨੇ ਆ, ਤੇ ਜਿਹੜੇ 21 ਤੋਂ ਉੱਪਰ ਹੋ ਚੁੱਕੇ ਸੀ ਉਹਨਾਂ ਨੇ ਪਹਿਲੇ ਦਿਨ ਹੀ ਝੰਡਾ ਚੁੱਕ ਲਿਆ ਕਿ ਸਕੀਮ ਸਾਨੂੰ ਮਨਜ਼ੂਰ ਨਹੀਂ। ਅੱਗਾਂ ਲੱਗਣ ਲੱਗ ਪਈਆਂ। 2 ਦਿਨ ਲਗਾ ਕੇ ਸਰਕਾਰ ਨੇ ਕਹਿ ਦਿੱਤਾ ਨਹੀਂ 21 ਤੋਂ 23 ਕਰ ਦਿਆਂਗੇ ਜੀ, ਤੇ ਜਿਹੜੇ 23 ਤੋਂ ਉੱਪਰ ਵਾਲੇ ਉਹਨਾਂ ਦਾ ਕੀ ਕਰੂੰਗੇ? ਇਹ ਜਿਹੜਾ ਇਹਨਾਂ ਨੇ ਛਾਂਟਾ ਲਾਇਆ, ਉਹ ਛਾਂਟੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਜਿਹੜੇ ਭੜਕੇ ਪਏ ਨੇ। ਥਾਂ ਥਾਂ ਤੇ ਅੱਗਾਂ ਲੱਗ ਰਹੀਆਂ, ਟ੍ਰੇਨਾਂ ਫੂਕੀਆਂ ਜਾ ਰਹੀਆਂ, ਰੇਲ ਗੱਡੀਆਂ ਕਿਹਦੀਆਂ ਨੇ? ਸਾਡੀਆਂ। ਸਾਡੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ 'ਚੋਂ ਦਿੱਤੇ ਜਿਹੜੇ ਟੈਕਸ ਆ, ਉਹਨਾਂ ਟੈਕਸਾਂ 'ਚੋਂ ਰੇਲ ਗੱਡੀਆਂ ਬਣੀਆਂ, ਰੇਲਵੇ ਸਟੇਸ਼ਨ ਬਣੇ, ਇਹ ਸਾਰਾ ਕੁਝ ਜਿਹੜੀਆਂ ਬੱਸਾਂ ਨੇ ਬਣੀਆਂ। ਤੇ ਜੇ ਹੁਣ ਸਾੜ ਦਿੱਤੀਆਂ ਜਾਣਗੀਆਂ ਤੇ ਕੱਲ੍ਹ ਨੂੰ ਕੰਮ ਚਲਾਉਣ ਵਾਸਤੇ ਇਹ ਫਿਰ ਬਣਾਉਣੀਆਂ ਪੈਣੀਆਂ। ਟੈਕਸਾਂ 'ਚੋਂ ਪੈਸਾ ਤੇ ਫਿਰ ਸਾਨੂੰ ਦੇਣਾ ਪੈਣਾ। ਬਿਲਕੁਲ ਜੀ। ਪਰ ਉਹ ਜਿਹੜੇ ਨੌਜਵਾਨ ਇਸ ਵੇਲੇ ਭੜਕੇ ਹੋਏ ਆ, ਉਹ ਇਸ ਵੇਲੇ 3-13 ਦੀਆਂ ਗਿਣਤੀਆਂ 'ਚ ਪੈਣ ਨੂੰ ਤਿਆਰ ਨਹੀਂ। ਉਹਨਾਂ ਨੂੰ ਇਹਦਾ ਕੋਈ ਪਤਾ ਨਹੀਂ ਗਾ ਕਿ ਇਹਨਾਂ ਕਿੰਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਤੇ ਦੇਸ਼ ਦਾ ਕਿੰਨਾ ਤੇ ਜਨਤਾ ਦਾ ਕਿੰਨਾ। ਉਹਨਾਂ ਨੂੰ ਇੰਨਾ ਪਤਾ ਕਿ ਇਹ ਜਿਹੜੀ ਐਜੀਟੇਸ਼ਨ ਅਸੀਂ ਆਪਣੇ ਭਵਿੱਖ ਵਾਸਤੇ ਕਰ ਰਹੇ ਹਾਂ, ਸਰਕਾਰ ਨੇ ਜਿਹੜੀ ਸਕੀਮ ਬਣਾਈ ਆ ਉਹਦੇ ਮੁਤਾਬਕ ਸਾਡਾ ਭਵਿੱਖ ਧੁੰਦਲਾ ਹੋ ਜਾਣਾ, ਸਾਨੂੰ ਉਹਦੇ ਵਿੱਚੋਂ ਮਿਲਣਾ ਕੱਖ ਨਹੀਂ ਜੀ। ਜਦੋਂ ਇੰਨੇ ਭੜਕੇ ਪਏ ਨੇ ਤੇ ਸਰਕਾਰ ਨੂੰ ਸੰਭਾਲਣਾ ਚਾਹੀਦਾ। ਇਹ ਆਮ ਪ੍ਰਭਾਵ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਇੱਕ ਵਾਰੀ ਲੱਤ ਗੱਡ ਦੇਵੇ ਫਿਰ ਪੈਰ ਪਿੱਛੇ ਨਹੀਂ ਖਿੱਚਦਾ। ਧਾਰਾ 370 ਲਾਤੀ, ਪੈਰ ਪਿੱਛੇ ਨਹੀਂ ਖਿੱਚਿਆ, 3 ਤਲਾਕ ਤੇ ਪਿੱਛੇ ਨਹੀਂ ਖਿੱਚਿਆ। ਪਰ ਜਦੋਂ ਕਿਸਾਨਾਂ ਦੀ ਐਜੀਟੇਸ਼ਨ ਚੱਲੀ 1.25 ਸਾਲ ਜੀ, ਉਸ ਐਜੀਟੇਸ਼ਨ ਤੋਂ ਬਾਅਦ ਜਿਹੜੇ 3 ਬਿੱਲ ਪਾਸ ਕਰਵਾਏ ਸੀ ਪਾਰਲੀਮੈਂਟ ਤੋਂ, ਉਸੇ ਪਾਰਲੀਮੈਂਟ 'ਚ ਫਿਰ ਰੱਖ ਕੇ ਤੇ ਰੱਦ ਕਰਵਾਉਣੇ ਪਏ ਸੀ ਨਾ। ਉਦੋਂ ਪਤਾ ਲੱਗ ਗਿਆ ਸੀ ਕਿ ਜੇ ਹਾਲਾਤ ਬਦਲ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੈਰ ਪਿੱਛੇ ਖਿੱਚਣਾ ਪੈ ਸਕਦਾ, ਤੇ ਉਦੋਂ ਪਿਆ ਸੀ। ਜਿਹੜੇ ਲੋਕ ਉਸ ਕਿਸਾਨਾਂ ਦੀ ਐਜੀਟੇਸ਼ਨ ਨੂੰ ਤੇ ਇਸ ਵੇਲੇ ਦੀ ਨੌਜਵਾਨਾਂ ਦੀ ਐਜੀਟੇਸ਼ਨ ਨੂੰ ਇੱਕ ਦੂਸਰੇ ਨਾਲ ਜੋੜ ਕੇ ਵੇਖਦੇ ਆ, ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਹ ਐਜੀਟੇਸ਼ਨ ਸ਼ੁਰੂਆਤ ਹੀ ਹਿੰਸਾ ਤੋਂ, ਵਾਇਲੈਂਸ ਤੋਂ, ਸਾੜ ਫੂਕ ਤੋਂ ਹੋਈ ਆ। ਕਿਸਾਨਾਂ ਦੀ ਐਜੀਟੇਸ਼ਨ 'ਚ ਸਾੜ ਫੂਕ ਕੋਈ ਨਹੀਂ ਸੀ। ਕੋਈ ਇੱਕਾ ਦੁੱਕਾ ਘਟਨਾ ਕਿਤੇ ਹੋ ਗਈ ਤੇ ਹੋ ਗਈ, ਤੇ ਉਹਦੇ ਵਿੱਚ ਵੀ ਕਾਰਨ ਕਿਸਾਨ ਨਹੀਂ ਸੀ। ਜਾਂ ਤਾਂ ਮੌਕੇ ਦੇ ਅਫਸਰ ਜਿਹੜੇ ਆ ਉਹਨਾਂ ਨੇ ਸਰਕਾਰ ਦੇ ਕੋਲ ਨੰਬਰ ਬਣਾਉਣ ਵਾਸਤੇ ਕਿਸਾਨਾਂ 'ਤੇ ਤਸ਼ੱਦਦ ਕੀਤਾ ਤੇ ਇਹਨਾਂ ਨੂੰ ਅੱਗੋਂ ਅੜਨ ਵਾਸਤੇ ਮਜਬੂਰ ਕੀਤਾ, ਜਾਂ ਉੱਥੇ ਜਿਹੜਾ ਕੋਈ ਲੀਡਰ ਸੀ ਮੌਕੇ ਦਾ ਉਹਨੇ ਹਦਾਇਤ ਕੀਤੀ ਕਿ ਕੁੱਟ ਦਿਓ, ਮੈਂ ਆਪੇ ਸੰਭਾਲ ਲੂੰਗਾ, ਮੋਦੀ ਜੀ ਸਾਡੇ ਪਿੱਛੇ ਜੀ। ਪਰ ਕਿਸਾਨਾਂ ਨੇ ਕਿਸੇ ਥਾਂ 'ਤੇ ਨਹੀਂ ਕੀਤਾ। ਉਹ ਲਖੀਮਪੁਰ ਖੀਰੀ ਦੇ ਵਿੱਚ ਵੀ ਗੱਲਾਂ ਕਰਦੇ ਕਿਸਾਨਾਂ ਦੇ ਵਿੱਚ ਜੀਪ ਲਿਆ ਕੇ ਕੇਂਦਰੀ ਮੰਤਰੀ ਦੇ ਪੁੱਤਰ ਨੇ ਮਾਰੀ ਸੀ, ਕਿਸਾਨਾਂ ਨੇ ਨਹੀਂ ਕੀਤਾ। ਜਦੋਂ ਮਾਰ ਕੇ 4 ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਭੱਜ ਗਿਆ, ਫਿਰ ਭੜਕੇ ਕਿਸਾਨਾਂ ਨੇ ਜੀਪ ਨੂੰ ਅੱਗ ਲਾਈ ਸੀ। ਪਹਿਲ ਉਹਨਾਂ ਨਹੀਂ ਸੀ ਕੀਤੀ। ਆਹ ਜਿਹੜੀ ਲਹਿਰ ਚੱਲੀ ਹੈ, ਇਹਦੇ 'ਚ ਨੌਜਵਾਨ ਇੰਨੇ ਭੜਕੇ ਪਏ ਨੇ ਕਿ ਪਹਿਲੇ ਦਿਨ ਤੋਂ ਹਿੰਸਾ 'ਤੇ ਉਤਾਰੂ ਨੇ, ਉਹ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਗਏ। ਹੁਣ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਜਿਨ੍ਹਾਂ ਨੌਜਵਾਨਾਂ ਦੇ ਢਿੱਡ 'ਤੇ ਲੱਤ ਵੱਜਦੀ ਪਈ ਹੈ, ਜਿਨ੍ਹਾਂ ਨੂੰ ਅੱਗੇ ਕੋਈ ਭੁੱਖ ਨਹੀਂ ਦਿਸਦਾ,
ਰੁਜ਼ਗਾਰ ਤੋਂ ਸੱਖਣੇ ਹੋ ਗਏ ਤੇ ਸਾਰੀ ਉਮਰ ਪਹਾੜ ਜਿੱਡੀ ਜ਼ਿੰਦਗੀ ਆ ਕਿੱਦਾਂ ਕੱਟਣੀ ਉਹਨਾਂ ਨੇ। ਉਹਨਾਂ ਦੀ ਗੱਲ ਸਮਝਣੀ ਚਾਹੀਦੀ ਆ। ਕੱਲ੍ਹ ਨੂੰ 1.25 ਸਾਲ ਲੰਘਾ ਕੇ ਜਿੱਦਾਂ ਕਿਸਾਨਾਂ ਦੀ ਗੱਲ ਆਖਰ ਮੰਨਣੀ ਪਈ ਸੀ। ਜੇ ਐਜੀਟੇਸ਼ਨ ਬਿਹਾਰ ਤੋਂ ਸ਼ੁਰੂ ਹੋਈ ਸੀ, ਯੂਪੀ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ 'ਚ ਵੀ ਆ ਗਈ ਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਤੁਰਦਿਆਂ ਤੁਰਦਿਆਂ ਛੱਤੀਸਗੜ੍ਹ, ਝਾਰਖੰਡ ਤੋਂ ਦੱਖਣ ਦੇ ਰਾਜਾਂ ਤੱਕ ਪਹੁੰਚ ਗਈ ਹੈ। ਕੱਲ੍ਹ ਨੂੰ ਇਹ ਵੀ ਵਾਪਸ ਲੈਣੀ ਪੈ ਸਕਦੀ ਹੈ। ਬਿਹਤਰ ਇਹ ਆ ਕਿ ਜਿਹੜਾ ਕੰਮ ਕੱਲ੍ਹ ਨੂੰ ਕਰਨਾ, ਅੱਜ ਅਸੀਂ ਆਪਸ ਵਿੱਚ ਬੈਠ ਕੇ ਕਿਸੇ ਪਾਸੇ ਨਿਬੇੜ ਦਈਏ। ਸਰਕਾਰ ਨੂੰ ਇਸ ਮਾਮਲੇ 'ਚ ਕੁਝ ਲਚਕਦਾਰ ਨੀਤੀ ਰੱਖਣੀ ਚਾਹੀਦੀ ਹੈ। ਜੀ ਪਰ ਸਾਹਿਬ ਇੱਕ ਗੱਲ ਹੋਰ ਦੱਸੋ, ਇੱਕ ਸ਼ਖਸ ਹੈ ਜੂਲੀਅਨ ਅਸਾਂਜੇ, ਹੁਣ ਯੂਕੇ ਅਮਰੀਕਾ ਦੇ ਹਵਾਲੇ ਕਰਨ ਲਈ ਉਹਨੂੰ ਤਿਆਰ ਹੋ ਗਿਆ, ਇਹਦਾ ਕੀ ਪ੍ਰਭਾਵ ਪੈ ਸਕਦਾ ਤੇ ਹੈ ਕੌਣ ਆ ਸ਼ਖਸ, ਕੀ ਕਹਾਣੀ ਪਿਛਲੀ ਪੂਰੀ? ਜੂਲੀਅਨ ਅਸਾਂਜੇ ਪਿੱਛੋਂ ਆਸਟ੍ਰੇਲੀਆ ਦਾ ਨਾਗਰਿਕ ਹੈ। ਬੰਦਾ ਬੜਾ ਟੈਲੈਂਟਡ ਹੈ। ਟੈਲੈਂਟਡ ਹੋਣ ਕਰਕੇ ਇਹਨੇ ਇਹੋ ਜਿਹਾ ਰਾਹ ਲੱਭ ਲਿਆ ਕਿ ਅਮਰੀਕਾ ਜਿਹੜਾ ਸੁਪਰ ਪਾਵਰ ਹੈ ਦੁਨੀਆ ਦੀ, ਆਪਣੇ ਆਪ ਨੂੰ ਕਹਿੰਦਾ, ਉਹਦੇ ਸਾਰੇ ਸਿਸਟਮ 'ਚ ਸੰਨ ਲਾ ਲਈ। ਉਹਦੀਆਂ ਪੁਰਾਣੀਆਂ ਅੱਡ-ਅੱਡ ਅੰਬੈਸੀਆਂ ਤੇ ਅੰਬੈਸੀਆਂ ਹੀ ਉਹਨਾਂ ਦੀਆਂ ਅਮਰੀਕਾ ਦੀਆਂ, ਉਹਨਾਂ ਦੇ ਹਾਈ ਕਮਿਸ਼ਨ ਨਹੀਂ ਹੁੰਦੇ, ਉਹਨਾਂ ਦੀਆਂ ਅੰਬੈਸੀਆਂ 'ਚੋਂ ਜਿੰਨੇ ਮੈਸੇਜ ਜਾਂਦੇ ਰਹੇ, ਈਮੇਲ ਵਗੈਰਾ ਜਾਂਦੀਆਂ ਰਹੀਆਂ, ਉਹ ਸਾਰੀਆਂ ਦਾ ਰਿਕਾਰਡ ਉਹਨੇ ਸੰਨ ਲਾ ਕੇ ਕੱਢ ਲਿਆ। ਫਿਰ ਉਹਨੇ ਲੀਕ ਕਰਨਾ ਸ਼ੁਰੂ ਕਰਤਾ। ਨਾਮ ਹੀ ਉਹਦਾ ਰੱਖਤਾ ਵਿਕੀਲੀਕਸ। ਉਸ ਵਿਕੀਲੀਕਸ ਨਾਲ ਅਮਰੀਕਾ 'ਚ ਤਰਤੱਲੀ ਮੱਚ ਗਈ। ਹੁਣ ਅਮਰੀਕਾ ਵਾਲੇ ਕਹਿੰਦੇ ਆ ਜੀ ਉਹਦੇ ਨਾਲ ਸਾਡੇ ਜਿਹੜੇ ਅੱਡ-ਅੱਡ ਥਾਵਾਂ 'ਤੇ ਕੰਮ ਕਰਦੇ ਬੰਦੇ ਸੀ, ਗੁਪਤ ਕੰਮ ਕਰ ਰਹੇ ਸੀ, ਉਹਨਾਂ ਸਾਰਿਆਂ ਦੀ ਜਾਨ ਨੂੰ ਖਤਰਾ ਹੋ ਗਿਆ। ਉਹਨਾਂ ਖਤਰਾ ਉਹਨਾਂ ਦੀ ਜਾਨ ਨੂੰ ਨਹੀਂ, ਹਾਲਾਂਕਿ ਮੈਂ ਉਸ ਖਤਰੇ ਨੂੰ ਘਟਾ ਕੇ ਨਹੀਂ ਵੇਖਦਾ, ਜਿੰਨਾ ਦੂਸਰਾ ਉਹਦੇ ਨਾਲ ਵੱਡਾ ਖਤਰਾ ਅਮਰੀਕਾ ਦੀ ਸਰਕਾਰ ਦੀ ਇੱਜ਼ਤ ਨੂੰ ਪਿਆ ਕਿ ਅਮਰੀਕਾ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਅਮਰੀਕਾ ਦੇ ਗਵਰਨਰ, ਅਮਰੀਕਾ ਦੇ ਜਰਨੈਲ, ਅਮਰੀਕਾ ਦੀ ਖੁਫੀਆ ਏਜੰਸੀ ਦੇ ਮੁਖੀ ਦੂਸਰੇ ਦੇਸ਼ਾਂ ਦੇ ਮੁਖੀਆਂ ਬਾਰੇ ਕਿੰਨੇ ਗੰਦੇ ਲਫ਼ਜ਼ ਵਰਤਦੇ ਸੀ, ਜਿਨ੍ਹਾਂ ਦੇ ਨਾਲ ਰਾਤ ਦਿਨ ਦੀ ਸਾਂਝ ਸੀ, ਉਹਨਾਂ ਦੀ ਵੀ ਜਸੂਸੀ ਕਰਾਉਂਦੇ ਸੀ। ਔਰ ਇਸ ਗੱਲ ਦੇ ਉੱਤੇ ਕਈ ਮਿੱਤਰ ਦੇਸ਼, ਜਰਮਨੀ ਵਰਗੇ ਜਿਹੜੇ ਆ, ਉਹ ਵੀ ਅਮਰੀਕਾ ਨਾਲ ਨਾਰਾਜ਼ ਹੋਏ ਕਿ ਸਾਡੇ ਬਾਰੇ ਵੀ। ਫਿਰ ਅਮਰੀਕਾ ਦੇ ਰਾਸ਼ਟਰਪਤੀਆਂ ਨੇ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਜਿਹੜੇ ਭੈੜੇ ਲਫ਼ਜ਼ ਵਰਤੇ, ਉਹ ਵੀ ਬਾਹਰ ਆ ਗਏ। ਦੂਸਰਿਆਂ ਵਾਸਤੇ ਵਰਤੇ, ਉਹ ਵੀ ਬਾਹਰ ਆ ਗਏ। ਸਾਰਿਆਂ ਦੇ ਕੋਡ ਨੇਮ ਐਡੇ ਗੰਦੇ ਰੱਖੇ ਸੀ ਕਿ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ। ਇਸ ਬੰਦੇ ਦੇ ਪਿੱਛੇ ਅਮਰੀਕਾ ਦੀ ਸਰਕਾਰ ਪੈ ਗਈ। ਇਹ ਭੱਜ ਕੇ ਇੰਗਲੈਂਡ ਆ ਵੜਿਆ। ਉੱਥੇ ਆ ਕੇ ਉੱਤੇ ਦੋਸ਼ ਲਵਾਤਾ ਰੇਪ ਦਾ। ਉਸ ਰੇਪ ਕੇਸ ਵਿੱਚ ਉਹਨੂੰ ਫਸਾ ਕੇ ਕੋਸ਼ਿਸ਼ ਸੀ ਕਿ ਉੱਥੋਂ ਸਵੀਡਨ ਭੇਜ ਦਿਓ, ਤਾਂ ਸਵੀਡਨ ਤੋਂ ਅਮਰੀਕਾ ਵਾਲੇ ਚੁੱਕ ਕੇ ਲੈ ਜਾਣਗੇ, ਲੈ ਜਾਂਦੇ, ਉਹਨੂੰ ਫਾਂਸੀ ਟੰਗ ਦਿੰਦੇ। ਉਹ ਜਦੋਂ ਉਹਨੇ ਵੇਖਿਆ ਕਿ ਕੋਈ ਪੇਸ਼ ਨਹੀਂ ਜਾਂਦੀ, ਉੱਥੇ ਇੱਕ ਦੇਸ਼ ਦੇ ਅੰਬੈਸੀ ਦੇ ਵਿੱਚੋਂ ਜਾ ਵੜਿਆ। ਉੱਥੇ ਜਾ ਕੇ ਉਹਨੇ ਪਨਾਹ ਲੈ ਲਈ, ਪਰ ਉੱਤੇ ਸ਼ਰਤਾਂ ਸੀ ਕਿ ਜੇ ਅੰਬੈਸੀ 'ਚ ਰਹਿਣਾ, ਤੇਰਾ ਅਮਰੀਕਾ ਤੋਂ ਬਚਾਅ ਕਰਾਂਗੇ, ਇੱਥੇ ਬੈਠ ਕੇ ਤੂੰ ਕਿਸੇ ਕਿਸਮ ਦੀ ਸਿਆਸੀ ਜਾਂ ਹੋਰ ਸਰਗਰਮੀ ਨਹੀਂ ਕਰੇਗਾ ਜਿਹੜੀ ਸਰਗਰਮੀ ਅਮਰੀਕਾ ਦੇ ਖਿਲਾਫ ਜਾਂਦੀ ਹੋਵੇ। ਉਹ ਕੀ ਕਰਦਾ ਸੀ ਕਿ ਜਦੋਂ ਵਕਤ ਮਿਲਦਾ ਸੀ, ਉੱਪਰਲੀ ਮੰਜ਼ਿਲ ਤੇ ਜਾ ਕੇ ਬਾਲਕੋਨੀ ਤੇ ਖਲੋ ਜਾਂਦਾ ਸੀ ਗੈਲਰੀ 'ਚ, ਤੇ ਬਾਹਰ ਖੜੇ ਪੱਤਰਕਾਰਾਂ ਨੂੰ ਉੱਚੀ ਬੋਲ ਬੋਲ ਕੇ ਤੇ ਆਪਣੀਆਂ ਗੱਲਾਂ ਦੱਸਦਾ ਸੀ। ਹੁਣ ਅੰਦਰ ਲੈਪਟਾਪ ਤੇ ਕੰਮ ਕਰਨ ਤੇ ਪਾਬੰਦੀ ਸੀ, ਉੱਤੋਂ ਬੋਲਣ ਤੇ ਪਾਬੰਦੀ ਨਹੀਂ ਸੀ। ਉਹ ਜਦੋਂ ਕਰਦਾ ਸੀ ਤੇ ਇਤਰਾਜ਼ ਕੀਤਾ ਗਿਆ, ਉਹਨਾਂ 2-3 ਵਾਰੀ ਰੋਕਿਆ, ਜੋ ਨਹੀਂ ਮੰਨਿਆ ਤੇ ਉਹਨੇ ਆਖਿਆ ਜਿਹੜੀ ਤੈਨੂੰ ਅਸੀਂ ਸਿਆਸੀ ਪਨਾਹ ਦਿੱਤੀ ਸੀ ਉਹ ਖਤਮ, ਤੂੰ ਬਾਹਰ ਨਿਕਲ ਜਾ। ਇੰਗਲੈਂਡ ਵਾਲਿਆਂ ਫੜ ਲਿਆ। ਉੱਥੇ ਅਦਾਲਤੀ ਕੇਸਾਂ 'ਚ 2-3 ਵਾਰੀ ਇਹ ਫੈਸਲਾ ਹੋ ਗਿਆ ਕਿ ਇਹਨੂੰ ਅਮਰੀਕਾ ਨੂੰ ਸੌਂਪ ਦਿੱਤਾ ਜਾਵੇ। ਉਹ ਅਦਾਲਤਾਂ ਦੇ ਫੈਸਲੇ ਹੇਠੋਂ ਚੱਲਦਿਆਂ ਚੱਲਦਿਆਂ ਸੁਪਰੀਮ ਕੋਰਟ ਤੱਕ ਚਲੇ ਗਏ, ਪਰ ਸੁਪਰੀਮ ਕੋਰਟ ਤੋਂ ਜਾ ਕੇ ਵੀ ਆਇਆ ਕਿ ਅੰਤਮ ਫੈਸਲਾ ਬ੍ਰਿਟੇਨ ਦੀ ਸਰਕਾਰ ਕਰੇਗੀ ਜੀ। ਬ੍ਰਿਟੇਨ ਦੀ ਹੋਮ ਮਿਨਿਸਟਰ ਬੀਬੀ ਨੇ ਕੱਲ੍ਹ ਉਹਦੀ ਫਾਈਲ ਤੇ ਦਸਤਖਤ ਕਰ ਦਿੱਤੇ ਹੈ ਕਿ ਇਹਨੂੰ ਅਮਰੀਕਾ ਨੂੰ ਸੌਂਪ ਦਿੱਤਾ ਜਾਵੇ। ਉੱਦਾਂ ਉਹਦੇ ਕੋਲ ਅਜੇ ਵੀ ਵਕਤ ਹੈਗਾ ਕਿ ਉੱਥੇ ਰੁਕੇ ਰਹਿਣ ਵਾਸਤੇ, ਸਟੇ ਵਾਸਤੇ ਅਰਜ਼ੀ ਦੇ ਸਕਦਾ ਅਦਾਲਤ ਵਿੱਚ, ਪਰ ਉੱਥੋਂ ਦੀ ਸਰਕਾਰ ਅਰਜ਼ੀ ਦੇਣ ਦਾ ਮੌਕਾ ਦਿੰਦੀ ਆ ਜਾਂ ਅਰਜ਼ੀ ਤੋਂ ਪਹਿਲਾਂ ਪਹਿਲਾਂ ਚੁੱਕ ਕੇ ਉਹਨੂੰ ਅਮਰੀਕਾ ਪਹੁੰਚਾ ਦਿੰਦੀ ਹੈ ਤੇ ਪਤਾ ਨਹੀਂ। ਜੇ ਅਮਰੀਕਾ ਚਲਾ ਗਿਆ ਤੇ ਸਜ਼ਾ ਉਹਨੂੰ ਬਹੁਤ ਸਖਤ ਹੋਣੀ ਆ। ਹੋ ਸਕਦਾ ਹੋਣ ਨੂੰ ਜਿਹੜਾ ਉਹਨੂੰ ਡਰਿਆ ਕਿ ਉਹਨੂੰ ਮੌਤ ਦੀ ਸਜ਼ਾ ਦੇ ਦੇਣ। ਦੂਜੀ ਗੱਲ ਵੀ ਹੋ ਸਕਦੀ ਹੈ ਕਿ ਮੌਤ ਦੀ ਸਜ਼ਾ ਨਾ ਦੇਣ, ਉਮਰ ਦੇ ਆਖਰੀ ਸਾਹ ਤੱਕ ਜੇਲ੍ਹ 'ਚ ਰੱਖਣ ਦੀ ਸਜ਼ਾ ਦੇ ਦੇਣ। ਜੀ ਜੀ। ਇਹੋ ਜਿਹੇ ਹਾਲਾਤ ਵਿੱਚ ਵੀ ਉਹਨੂੰ ਫਸਾਇਆ ਜਾ ਸਕਦਾ। ਉਹ ਇਸ ਵੇਲੇ ਕਾਫੀ ਕਸੂਤਾ ਫਸ ਚੁੱਕਾ। ਕਸੂਤਾ ਤਾਂ ਪਾਕਿਸਤਾਨ ਵੀ ਪਨੂੰ ਸਭ ਫਸਿਆ ਲੱਗਦਾ ਉੱਧਰ, ਕਿਉਂਕਿ ਗ੍ਰੇ ਲਿਸਟ ਵਿੱਚ ਬਾਹਰ ਨਹੀਂ ਨਿਕਲਦਾ ਪਿਆ ਤੇ ਕੋਸ਼ਿਸ਼ਾਂ ਬਹੁਤ ਕੀਤੀਆਂ ਜਾ ਰਹੀਆਂ ਨੇ। ਵੈਸੇ ਕਹਿੰਦੇ ਆ ਕਿ ਪੁਆਇੰਟ ਥੋੜ੍ਹੇ ਜਿਹੇ ਵਧੇ ਆ, ਨਿਕਲ ਜੂਗੀ ਜਾਂ ਫਿਰ ਨਹੀਂ ਅਜੇ? ਵਿਖਾਵੇ ਪੁਆਇੰਟ ਵਧਾਏ ਆ ਥੋੜ੍ਹੇ ਜਿਹੇ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਕੱਲ੍ਹ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਰੌਲਾ ਪੈ ਗਿਆ ਕਿ ਪਾਕਿਸਤਾਨ ਨੂੰ FATF ਦੀ ਗ੍ਰੇ ਲਿਸਟ 'ਚੋਂ ਕੱਢ ਦਿੱਤਾ।
ਭਾਰਤ ਤੇ ਦੂਸਰੇ ਦੇਸ਼ ਦਾ ਮੰਗ ਕਰਦੇ ਕਿ ਉਹਨੂੰ ਬਲੈਕ ਲਿਸਟ ਕਰ ਦਿਓ। ਜੀ ਫਿਰ ਅਖੀਰਲਾ ਫੈਸਲਾ ਆਇਆ ਕਿ ਕੱਢਿਆ ਨਹੀਂ ਗਿਆ ਜੇ, ਰੱਖਿਆ ਉੱਥੇ ਹੀ ਆ। ਉਹਨੂੰ ਇਹ ਆਖਿਆ ਕਿ ਉਹਨੇ ਕੁਝ ਕੰਮ ਕੀਤੇ ਆ ਸਾਡੇ ਕਹਿਣ 'ਤੇ, ਕੁਝ ਕੰਮ ਉਹਨੂੰ ਅਜੇ ਹੋਰ ਕਰਨੇ ਪੈਣਗੇ। ਜਦ ਤੱਕ ਉਹ ਸਾਰੇ ਕੁਝ ਦੀ ਰਿਪੋਰਟ ਨਹੀਂ ਆ ਜਾਂਦੀ, ਇਹਦੇ ਉੱਤੇ ਨਜ਼ਰ ਰੱਖੀ ਜਾਵੇਗੀ। ਫੈਸਲਾ ਅਕਤੂਬਰ ਦੇ ਨੇੜੇ ਜਾ ਕੇ ਹੋਵੇਗਾ ਇਹਦਾ ਕੀ ਕਰਨਾ। ਨਾਲ ਇੱਕ ਦੂਸਰੀ ਗੱਲ ਹੋ ਗਈ, ਅਬਦੁਲ ਰਹਿਮਾਨ ਮੱਕੀ ਆ ਉੱਥੇ। ਜੀ ਜੀ ਉਹ ਜਿਹੜਾ ਮੱਕੀ ਆ, ਮੱਕੀ ਦਾ ਮਤਲਬ ਕਿ ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਮੱਕੇ ਨਾਲ ਜੁੜਦਾ ਹੋਵੇ। ਠੀਕ। ਜਿੱਦਾਂ ਇਮਾਮ ਬੁਖਾਰੀ ਆ ਦਿੱਲੀ ਦੇ ਵਿੱਚ ਜਾਮਾ ਮਸਜਿਦ ਦੇ, ਉਹਨਾਂ ਨੂੰ ਇਮਾਮ ਬੁਖਾਰੀ ਇਸ ਕਰਕੇ ਕਹਿੰਦੇ ਆ ਕਿਉਂਕਿ ਉਹਨਾਂ ਦੇ ਵੱਡੇ ਵਡੇਰੇ ਬੁਖਾਰੇ ਤੋਂ ਆਏ ਸੀ, ਉਹਨਾਂ ਨੂੰ ਬੁਖਾਰੀ ਇਸ ਕਰਕੇ ਕਹਿੰਦੇ ਆ। ਅੱਛਾ, ਉਹ ਜਿਹੜੇ ਆ ਨੂਰਪੁਰ ਦਾ ਵਿੱਚ, ਆਪਾਂ ਇੱਥੇ ਨੂਰਪੁਰੀ ਕਹਿ ਦਿੰਦੇ ਆ ਨਾ, ਉੱਦਾਂ ਹੀ ਇਹਨੂੰ ਮੱਕੀ ਇਸ ਕਰਕੇ ਕਹਿੰਦੇ ਆ। ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਿਆ ਤੇ ਇਹਦੀ ਵਾਲੀ ਚੋਣ ਦੇ ਵਿੱਚ ਹਾਫਿਜ਼ ਸਈਦ ਨੇ ਇੱਕ ਪਾਰਟੀ ਖੜੀ ਕੀਤੀ ਸੀ, ਇਮਰਾਨ ਖਾਨ ਨੂੰ ਵੀ ਤੰਗ ਕਰਨ ਵਾਸਤੇ, ਦੂਜਿਆਂ ਨੂੰ ਵੀ, ਤੇ ਫੌਜ ਦੀ ਮਦਦ ਨਾਲ ਕੀਤੀ ਸੀ। ਉਸ ਪਾਰਟੀ ਦਾ ਮੁਖੀ ਵੀ ਇਹੋ ਸੀ। ਇਹਦੇ ਉੱਤੇ ਦੋਸ਼ ਇਹ ਲੱਗਦਾ ਕਿ ਜੰਮੂ ਕਸ਼ਮੀਰ 'ਚ ਜਿੰਨਾ ਅੱਤਵਾਦ ਹੈ ਸਾਰੇ ਦੀ ਫੰਡਿੰਗ ਕਰਦਾ ਕਰਾਉਂਦਾ ਇਹ ਅਬਦੁਲ ਰਹਿਮਾਨ ਮੱਕੀ ਹੈ। ਭਾਰਤ ਨੇ ਤੇ ਅਮਰੀਕਾ ਨੇ UN ਸਿਕਿਉਰਿਟੀ ਕੌਂਸਲ ਦੀ ਪਾਬੰਦੀਆਂ ਵਾਲੀ ਕਮੇਟੀ 'ਚ ਮੰਗ ਕੀਤੀ ਕਿ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਟੈਰਰਿਸਟ ਡਿਕਲੇਅਰ ਕਰ ਦੇਣਾ ਚਾਹੀਦਾ। ਲਗਭਗ ਇਹ ਤੇ ਸਹਿਮਤ ਸੀ, ਬਾਕੀ ਸਹਿਮਤ ਨਹੀਂ। ਸਿਰਫ ਚੀਨ ਨੇ ਡਿੱਕਾ ਪਾਤਾ ਕਿਉਂਕਿ ਚੀਨ ਦੀ ਪਾਕਿਸਤਾਨ ਨਾਲ ਇਸ ਤਰ੍ਹਾਂ ਦੀ ਸਾਂਝ ਹੈ ਕਿ ਜੋ ਵੀ ਕਰਨਾ ਪਵੇ ਪਾਕਿਸਤਾਨ ਦੇ ਬਚਾਅ ਵਾਸਤੇ ਉਹਨਾਂ ਨੇ ਕਰਨਾ ਹੀ ਕਰਨਾ। ਹੁਣ ਇੱਥੋਂ ਤੱਕ ਕਿ ਅਜੇ 4 ਦਿਨ ਪਹਿਲਾਂ ਜਿਹੜੀ ਇੱਕ ਬ੍ਰਿਕਸ ਸੰਮੇਲਨ ਹੋਇਆ, ਉਹਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ 5 ਦੇਸ਼ਾਂ ਦੇ ਲੋਕ ਸੀ। ਉੱਥੇ ਫੈਸਲਾ ਹੋਇਆ ਕਿ ਅੱਤਵਾਦ ਦੇ ਖਿਲਾਫ ਰਲ ਕੇ ਲੜਾਂਗੇ। ਅਮਰੀਕਾ ਨੇ ਫਿਰ ਚੀਨ ਨੇ ਫਿਰ ਜਾ ਕੇ ਅਬਦੁਲ ਰਹਿਮਾਨ ਮੱਕੀ ਦੇ ਸਵਾਲ ਦੇ ਉੱਤੇ ਵੱਖਰਾ ਸਟੈਂਡ ਲੈ ਲਿਆ। ਇਹਦਾ ਮਤਲਬ ਕਿ ਚੀਨ ਲਈ ਪਾਕਿਸਤਾਨ ਦੀ ਯਾਰੀ ਅਹਿਮ ਹੈ। ਉਹ ਅੱਤਵਾਦ ਫੈਲਾਵੇ, ਕੁਛ ਕਰੇ, ਭਾਰਤ ਦੇ ਖਿਲਾਫ ਚੱਲੇ, ਦੁਨੀਆ ਦੇ ਖਿਲਾਫ ਚੱਲੇ, ਸਾਰੀਆਂ ਗੱਲਾਂ ਚੀਨ ਅੱਖੋਂ ਪਰੋਖੀਆਂ ਕਰ ਦਿੰਦਾ ਤੇ ਪਾਕਿਸਤਾਨ ਵੱਧਦਾ ਜਾ ਰਿਹਾ ਇਸ ਰਾਹ ਦੇ ਉੱਤੇ। ਫਿਰ FATF ਦੀ ਗ੍ਰੇ ਲਿਸਟ ਚੋਂ ਨਿਕਲ ਕਿੱਦਾਂ ਜਾਵੇਗਾ? ਅਕਤੂਬਰ ਵਿੱਚ ਵੀ ਉਹਦਾ ਨਿਕਲਣਾ ਔਖਾ ਲੱਗਦਾ। ਪੰਨੂ ਸਾਹਿਬ ਜੀ, ਬਾਕੀ ਦੇਖਦੇ ਹਾਂ ਅਕਤੂਬਰ ਤੱਕ ਕੀ ਬਣਦਾ, ਕਿਉਂਕਿ ਕਈ ਕੁਛ ਉਦੋਂ ਤੱਕ ਹੋ ਜਾਣਾ। ਸਾਡੇ ਪੰਨੂ ਸਾਹਿਬ ਜਾਣ ਦਾ ਵੇਲਾ, ਕਿਉਂਕਿ ਖਬਰਾਂ ਤੇ ਚਰਚਾ ਕਰ ਰਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।